ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੱਧਕਾਲ ਦੇ ਵਿੱਚ ਪੂਰੇ ਸੰਸਾਰ 'ਚ ਬੜੀ ਤਰਾਹੀ ਤਰਾਹੀ ਸੀ। ਖਾਸ ਕਰਕੇ ਹਿੰਦੁਸਤਾਨ, ਜੋ ਅੱਜ ਪਾਕਿਸਤਾਨ, ਹਿੰਦੁਸਤਾਨ ਔਰ ਬੰਗਲਾਦੇਸ਼, ਇੱਥੇ ਹਜ਼ਾਰਾਂ ਸਾਲਾਂ ਤੋਂ ਇੱਥੇ ਦੀ ਜਨਤਾ ਜਿਹੜੀ ਸੀ ਉਹ ਬਹੁਤ ਹੀ ਪਰੇਸ਼ਾਨ। ਨਾ ਉਹਨਾਂ ਦੇ ਵਿੱਚ ਸਮਾਜਿਕ, ਨਾ ਧਾਰਮਿਕ, ਨਾ ਰਾਜਨੀਤਿਕ, ਨਾ ਨੈਤਿਕ ਕਿਸੇ ਪ੍ਰਕਾਰ ਦਾ ਵੀ ਸੱਚਾਪਨ ਨਹੀਂ ਸੀ ਔਰ ਨਾ ਹੀ ਤਾਕਤ ਸੀ। ਕਿਸ ਕਾਰਨ ਇਸ ਵਿੱਚ ਨਾ ਪੈ ਕੇ ਦੇਸ਼ ਜੋ ਹੈ ਉਹ 4 ਵਰਣਾਂ 'ਚ ਵੰਡਿਆ ਹੋਇਆ ਸੀ, ਜਿਹਦੇ ਵਿੱਚ ਚੌਥਾ ਵਰਣ, ਜਿਹਨੂੰ ਸ਼ੂਦਰ, ਨੀਚ, ਦਲਿਤ, ਪਿਛੜਾ ਇਹ ਸਭ ਕਹਿੰਦੇ ਸੀ, ਉਹਨਾਂ ਦੀ ਹਾਲਤ ਤੇ ਜਾਨਵਰਾਂ ਤੋਂ ਵੀ ਬਦਤਰ ਸੀ। ਨਾਰੀਆਂ ਦੀ, ਇਸਤਰੀਆਂ ਦੀ ਹਾਲਤ ਵੀ ਇਸ ਤੋਂ ਕੋਈ ਬਹੁਤ ਅੱਛੀ ਨਹੀਂ ਸੀ। ਸਿਰਫ ਇੱਕ ਹੀ ਤਬਕਾ ਸੀ ਜਿਹੜਾ ਆਪਣੀ ਜੀਵਨ ਨੂੰ ਬਹੁਤ ਅੱਛੀ ਤਰ੍ਹਾਂ ਬਿਤਾ ਰਿਹਾ ਸੀ ਔਰ ਉਸ ਨੂੰ ਫਿਕਰ ਨਹੀਂ ਸੀ ਨਾ ਦੇਸ਼ ਦੀ, ਨਾ ਧਰਮ ਦੀ, ਨਾ ਨੈਤਿਕਤਾ ਦੀ। ਔਰ ਧਰਮ ਦੇ ਵਿੱਚ ਵੀ ਇੰਨਾ ਬਹੁ ਈਸ਼ਵਰਵਾਦ, यानी बहुत सी मान्यताएं, बहुत से देवी देवता, बहुत से विधि विधान, बहुत सी पूजाओं की वस्तुएं, इस चक्कर च कोई भी एकता नहीं सी। किसी दी मान्यता कुछ, पिछली बारी असी गल कीती सी कि नाथ और योगी पंथ जड़ा है वो उत्तर प्रदेश के उत्तर पश्चिम इलाके च बड़ा प्रसिद्ध सी। उन्होंने रिद्धियां सिद्धियां चमत्कार करने ये सब बड़े आउंदे सी। वो अपने उसे चीज़ां च गुम सी। कोई पहाड़ां दे विच ते कोई गुफां दे विच बैठ के लोकां नूं गुमराह कर रहा सी। सिख धर्म, गुरु नानक देव जी के आगमन की लोड़ सिर्फ इस लिए पई कि समुची मानवता, हिंदुस्तान की नहीं पूरे विश्व की मानवता ਨੂੰ ਇਹ ਸੰਦੇਸ਼ ਜਾਵੇ, ਧਰਮ ਮਨੁੱਖ ਲਈ ਹੈ, ਧਰਮ ਬਣਾਉਣ ਲਈ ਨਹੀਂ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਦੇਸ਼ ਵਿਦੇਸ਼ ਦੀ ਯਾਤਰਾएं ਆਪਣੇ ਧਰਮ ਨੂੰ ਸਥਾਪਿਤ ਕਰਨ ਲਈ ਨਹੀਂ ਕੀਤੀਆਂ। ਜਿਸ ਤਰ੍ਹਾਂ ਕਿ ਦੂਸਰੇ ਧਰਮਾਂ ਦੇ ਵਿੱਚ ਅਸੀਂ ਸੁਣਦੇ ਹਾਂ ਕਿ ਇਹ ਸਾਡਾ ਧਰਮ ਬਣ ਗਿਆ, ਇਸ ਦੇ ਵਿੱਚ ਦੂਸਰੇ ਧਰਮ ਦਾ ਵਿਅਕਤੀ ਆਣ ਕੇ ਮੱਥਾ ਨਹੀਂ ਟੇਕ ਸਕਦਾ। ਇਹ ਸਾਡਾ ਉਦੇਸ਼ ਸਿੱਖ ਧਰਮ ਦਾ ਨਾਨਕ ਲੇਵਾ ਜਿਹੜੀ ਜਨਤਾ ਹੈ ਉਹਦਾ ਇਹ ਬਿਲਕੁਲ ਹੀ ਉਦੇਸ਼ ਨਹੀਂ ਸੀ ਔਰ ਨਾ ਹੀ ਅੱਜ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਵੀ ਧਰਮ ਦੀ ਨਿੰਦਾ ਨਹੀਂ ਕੀਤੀ। ਹਾਂ, ਜੋ ਗਲਤ ਹੈ ਉਸ ਨੂੰ ਸਪਸ਼ਟ ਤੌਰ ਤੇ ਉਹਨਾਂ ਨੇ ਕਿਹਾ। ਗੁਰੂ ਨਾਨਕ ਦੇਵ ਜੀ ਜਦ ਆਏ ਤੇ ਇੱਥੇ ਮੁਗਲ ਸੀ, ਬਾਬਰ ਦਾ ਰਾਜ ਸੀ। ਉਸ ਤੋਂ ਪਹਿਲੋਂ ਮੰਗੋਲੀਆ ਤੋਂ ਬਹੁਤ ਵੱਡਾ ਮੁਸਲਿਮ ਸ਼ਾਸਕ ਆਇਆ ਔਰ ਬਹੁਤ ਹੀ ਅਤਿਆਚਾਰ ਉਸਨੇ ਕੀਤਾ। ਉਸ ਵੇਲੇ ਵੀ ਕਿਸੇ ਨੇ ਉਹਦਾ ਨਾ ਵਿਰੋਧ ਕੀਤਾ ਨਾ ਲਿਖਿਆ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ 'ਚ ਨਾ ਬਾਬਰ ਨੂੰ ਆਤੰਕੀ ਕਿਹਾ ਸੀ, ਅਤਿਆਚਾਰੀ ਕਿਹਾ ਸੀ ਔਰ ਇਹ ਲਿਖ ਕੇ ਗਏ ਸੀ। ਇਸ ਦੇ ਕਰਕੇ ਉਹਨਾਂ ਨੂੰ ਜੇਲ੍ਹ 'ਚ ਪਾਇਆ ਗਿਆ ਸੀ ਔਰ ਯਾਤਨਾएं ਦਿੱਤੀਆਂ ਗਈਆਂ ਸੀ। ਤੇ ਅਗਰ ਦੇਸ਼ ਮਜ਼ਬੂਤ ਹੁੰਦਾ, ਇਸ ਤਰ੍ਹਾਂ ਬਿਖਰਿਆ ਨਾ ਹੁੰਦਾ, ਤੇ ਅਸੀਂ ਹਜ਼ਾਰਾਂ ਸਾਲ ਤੱਕ ਗੁਲਾਮ ਨਹੀਂ ਰਹਿੰਦੇ। ਉਹੋ ਹੀ ਕੁਝ ਸਮਾਂ ਹੁਣ ਵੀ ਦਿਖਣ ਲੱਗ ਪਿਆ ਹੈ। ਤੇ ਮਾਨਵਤਾ ਲਈ ਇੱਕੋ ਹੀ ਚੀਜ਼, ਉਹ ਹੈ ਅੱਛੇ ਕਰਮ। ਅੱਛੇ ਧਰਮ ਦੀ ਸਿੱਖਿਆ ਦੇ ਕਿਤਾਬਾਂ, ਸਕ੍ਰਿਪਚਰਸ, ਸ਼ਾਸਤਰ, ਵੇਦ, ਸਮ੍ਰਿਤੀਆਂ ਇਹ ਪੜ੍ਹ ਲਿਆ ਸੀ, ਲੇਕਿਨ ਅਸੀਂ, ਸਾਡੀ ਡੀਡਸ ਕੀ ਹੈ, ਸਾਡੇ ਕਰਮ ਕੀ ਹੈ, ਅਸੀਂ ਅਮਲ 'ਚ ਕਿੰਨਾ ਲਿਆ ਹੈ। ਗੁਰੂ ਨਾਨਕ ਦੇਵ ਜੀ ਇਹੋ ਹੀ ਕਹਿੰਦੇ ਸੋਚੋ। ਇੱਥੋਂ ਲੈ ਕੇ ਸ਼੍ਰੀਲੰਕਾ, ਮੈਂ ਵਿੱਚ ਹੁਣ ਪੜ੍ਹਦਾ ਤੇ ਹੈਰਾਨੀ ਤੇ ਛੋਟੀ ਗੱਲ ਹੈ, रूस
इटली, जेरूसलम, चाइना, बांग्लादेश, भूटान, अफगानिस्तान, मक्का, मदीना, ईरान, इराक, इजिप्त, मिस्र। ओ माय गॉड, ਤੁਸੀਂ ਇਮੇਜਿਨ ਕਰ ਸਕਦੇ ਹੋ ਉਹ ਪਰਮਾਤਮਾ ਦਾ ਰੂਪ ਜੋ ਪੈਦਲ ਆਲਮੋਸਟ 90% ਯਾਤਰਾ ਪੈਦਲ ਹੋਈ। ਕੁਝ ਜੋ ਹੈ ਸਮੁੰਦਰਾਂ ਲਈ ਨਾਉ ਦਾ ਇਸਤੇਮਾਲ ਕੀਤਾ ਗਿਆ, ਉਹ ਕੁਝ ਰੇਗਿਸਤਾਨ ਦੇ ਵਿੱਚ ਊਂਠਾਂ ਦਾ ਇਸਤੇਮਾਲ ਕੀਤਾ ਗਿਆ। ਤੇ ਅੱਜ ਗੁਰੂ ਨਾਨਕ ਦੇਵ ਜੀ ਦੀ ਸਾਖੀ ਦਾ ਇੱਕ ਪਕਸ਼ ਛੋਟਾ ਜਿਹਾ ਲੈਂਦੇ ਹਾਂ। ਗੁਰੂ ਨਾਨਕ ਦੇਵ ਜੀ ਸ਼੍ਰੀ ਭਾਈ ਮਰਦਾਨਾ ਜੀ ਦੇ ਨਾਲ ਜਦ ਵੈਸਟ ਪਾਕਿਸਤਾਨ ਦੇ ਕੋਲੰਬਾ ਪਿੰਡ ਦੇ ਵਿੱਚ ਗਏ ਤੇ ਉੱਥੇ ਜਾ ਕੇ ਉਹ ਦੇਖਦੇ ਹੈ ਕਿ ਉੱਥੇ ਇੱਕ ਬਹੁਤ ਵੱਡੀ ਸਰਾਹ, ਇੱਕ ਧਰਮਸ਼ਾਲਾ ਹੈ ਔਰ ਉੱਥੇ ਜੋ ਹੈ ਉਹ ਇੱਕ ਬਹੁਤ ਵੱਡੇ ਬੰਦੇ ਨੇ ਜਿਹਦਾ ਨਾਂ ਸੀ ਸ਼ੇਖ। ਉਹ ਸ਼ੇਖ ਨੇ, ਮਾਫ ਕਰਿਓ, ਉਹਨਾਂ ਦਾ ਨਾਂ, ਉਸ ਜਗ੍ਹਾ ਦਾ ਨਾਂ ਸੀ ਤੁਲਾਂਬਾ। ਹਾਂ, ਤੇ ਉੱਥੇ ਉਸਨੇ ਇੱਕ ਬਹੁਤ ਅੱਛੀ ਧਰਮਸ਼ਾਲਾ ਬਣਾਈ ਸੀ। ਉਸਦੇ ਹੀ ਨਾਲ ਜੁੜਿਆ ਇੱਕ ਮੰਦਰ ਔਰ ਇੱਕ ਮਸਜਿਦ ਵੀ ਸੀ। ਦੂਰੋਂ ਦੂਰੋਂ ਜਨਤਾ ਆਉਂਦੀ ਸੀ, ਉੱਥੇ ਰਾਤ ਗੁਜ਼ਾਰਦੀ ਸੀ ਔਰ ਹਿੰਦੂ ਮੰਦਰਾਂ ਦੇ ਵਿੱਚ ਪੂਜਾ ਕਰਦੇ ਸੀ, ਮੁਸਲਮਾਨ ਮਸਜਿਦਾਂ ਦੇ ਵਿੱਚ ਸਿਰ ਨਵਾਉਂਦੇ ਸੀ ਔਰ ਉਹ ਉਹਨਾਂ ਦੀ ਸੇਵਾ ਕਰਦਾ ਸੀ ਔਰ ਜੋ ਹੈ ਉਹਨਾਂ ਨੂੰ ਰਾਤ ਰੁਕਣ ਨੂੰ ਦਿੰਦਾ ਸੀ। ਅਤੇ ਲੋਕਾਂ ਨੇ, ਉਹਦਾ ਨਾਂ ਸੀ ਸ਼ੇਖ ਸਜਾਨ, ਲੇਕਿਨ ਲੋਕਾਂ ਨੇ ਉਹਨੂੰ ਸੱਜਣ ਕਹਿ ਕੇ ਪੁਕਾਰਨਾ ਸ਼ੁਰੂ ਕੀਤਾ ਕਿ ਐਸਾ ਬੰਦਾ ਜੋ ਇੰਨੀ ਸੇਵਾ ਕਰਦਾ ਹੈ। ਕਿਸੇ ਨੂੰ ਨਹੀਂ ਪਤਾ ਸੀ ਕਿ ਉਸ ਬੰਦੇ ਦੇ ਅੰਦਰ ਕੀ ਹੈ। ਉਸ ਬੰਦੇ ਦੀ ਅਸਲੀਅਤ ਜੋ ਸੀ ਉਹ ਸੀ ਕਿ ਰਾਤ ਜਦ ਉੱਥੇ ਆਣ ਕੇ ਸ਼ਰਨਾਰਥੀ ਰੁਕਦੇ ਸੀ ਤੇ ਉਹਨਾਂ ਦੀ ਸੇਵਾ ਕਰਨ ਤੋਂ ਬਾਅਦ ਰਾਤੀ ਉਹ ਉਹਨਾਂ ਦਾ ਕਤਲ ਕਰਕੇ ਔਰ ਉਹਨਾਂ ਦੀ ਧਨ ਦੌਲਤ ਲੁੱਟ ਕੇ ਉਹਨਾਂ ਦੀ ਲਾਸ਼ ਨੂੰ ਖੂਹ 'ਚ ਸੁੱਟ ਦਿੰਦਾ ਸੀ। ਗੁਰੂ ਨਾਨਕ ਦੇਵ ਜੀ ਜਦ ਆਏ ਤੇ ਉਹਨਾਂ ਦੀ ਵੇਸ਼ਭੂਸ਼ਾ ਨਾਲ ਬਕਾਇਦਾ ਇਹ ਨਜ਼ਰ ਆਇਆ ਕਿ ਇਹ ਪੀਰ ਬਹੁਤ ਹੀ ਜ਼ਿਆਦਾ ਧਨਾਢੇ ਯਾਨੀ ਬਹੁਤ ਅਮੀਰ ਲੱਗਦੇ। ਉਹਨਾਂ ਨੂੰ ਰੁਕਵਾਇਆ ਔਰ ਗੁਰੂ ਨਾਨਕ ਦੇਵ ਜੀ, ਅਸੀਂ ਜਾਣਦੇ ਹੀ ਹਾਂ, ਅੰਤਰਯਾਮੀ ਸੀ। ਉਹ ਉਹਨਾਂ ਦੇ ਜੀਵਨ ਬਾਰੇ ਸਭ ਕੁਝ ਜਾਣਦੇ ਸੀ। ਤੇ ਉਹਨਾਂ ਨੇ ਕਿਹਾ ਤੁਸੀਂ ਰਾਤ ਹੋ ਗਈ, ਆਰਾਮ ਕਰ ਲਓ। ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਅਸੀਂ ਇੱਕ ਸ਼ਬਦ ਪੜ੍ਹ ਕੇ ਔਰ ਆਰਾਮ ਕਰਾਂਗੇ। ਮਰਦਾਨਾ ਜੀ ਨੂੰ ਕਿਹਾ ਕਿ ਰਬਾਬ ਛੇੜੋ। ਉਹਨਾਂ ਨੇ ਸੰਗੀਤ ਦੀ ਧੁਨ ਰਬਾਬ 'ਚ ਵਜਾਈ। ਉਹ ਗੁਰੂ ਨਾਨਕ ਦੇਵ ਜੀ ਨੇ ਜੋ ਸ਼ਬਦ ਪੜ੍ਹਿਆ ਇਹ ਸ਼ੇਖ ਸਜਾਨ ਸੁਣ ਰਿਹਾ ਸੀ। ਉਹਨਾਂ ਨੇ ਕਿਹਾ ਕਿ ਆਦਮੀ, ਇਸ ਸ਼ੇਖ ਜੋ ਸੀ ਬਹੁਤ ਸੋਹਣੇ ਸਫੇਦ ਉਜਵਲ ਕੱਪੜਿਆਂ ਦੇ ਵਿੱਚ ਰਹਿੰਦਾ ਸੀ। ਉਹਨਾਂ ਨੇ ਕਿਹਾ ਕਿ ਅਗਰ ਇਨਸਾਨ ਆਪਣੇ ਕਰਮਾਂ ਨਾਲ ਜਾਣਿਆ ਜਾਂਦਾ ਹੈ, ਨਾ ਕਿ ਆਪਣੇ ਵਸਤਰਾਂ ਨਾਲ, ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਘਰ ਅਗਰ ਬਾਹਰੋਂ ਬੜਾ ਸੱਜਾ ਹੋਇਆ ਹੈ, ਚੰਗਾ ਉਹਨੂੰ ਰੰਗ ਰੋਗਨ ਹੈ, ਪਰ ਜਦ ਉਹ ਕਦੀ ਡਿੱਗਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਘਰ ਦੇ ਅੰਦਰ ਤੇ ਕੁਝ ਵੀ ਨਹੀਂ ਸੀ। ਜਾਂ ਫਿਰ ਬਗਲਾ ਕੋਈ ਅੱਖ ਬੰਦ ਕਰਕੇ ਪਾਣੀ ਦੇ ਵਿੱਚ ਖਲੋਤਾ ਹੁੰਦਾ ਹੈ, ਐਂ ਲੱਗਦਾ ਜਿਸ ਤਰ੍ਹਾਂ ਭਗਤੀ ਕਰ ਰਿਹਾ, ਤਾਂ ਹੀ ਉਹ ਕਹਿੰਦੇ ਨਾ ਬਗਲਾ ਭਗਤ। ਔਰ ਜਦ ਕੋਈ ਮਛਲੀ ਜਾਂ ਕੁਝ ਦਿਖਦਾ ਹੈ, ਡੱਡੂ ਦਿਖਦਾ ਹੈ, ਤੇ ਉਹ ਉਸਨੂੰ ਮਾਰ ਕੇ ਖਾ ਲੈਂਦਾ ਹੈ। ਤੇ ਐਸੇ ਵਸਤਰ ਪਾ ਕੇ ਤੁਸੀਂ ਸਫੇਦ ਔਰ ਬੁਰੇ ਕਰਮ ਕਰੋਗੇ। ਜਾਂ ਫਿਰ ਸੇਮਲ ਵਰਕਸ਼, ਸੇਮਲ ਤੁਸੀਂ ਦੇਖਿਆ ਹੋਵੇਗਾ, ਇੱਕ ਵਰਕਸ਼ ਬਹੁਤ ਹੀ ਲੰਬਾ ਹੁੰਦਾ ਹੈ, ਜਿਹਦੇ ਵਿੱਚ ਲੰਬੀ ਜਿਹੀ ਇੱਕ ਫਲੀ ਹੁੰਦੀ ਹੈ। ਉਸਨੂੰ ਤੋੜੋ ਤੇ ਉਹਦੇ ਵਿੱਚ ਰੂੰ ਜਿਹਾ ਨਿਕਲਦਾ ਹੈ। ਕਦੀ ਕਦੀ ਉਹ ਬੜੀ ਨਰਮ ਰੂਈ ਬੱਚਿਆਂ ਦੇ ਸਿਰ 'ਤੇ ਰੱਖਣ ਲਈ ਤਕੀਆ ਬਣਾਇਆ ਜਾਂਦਾ, ਸੇਮਲ ਦੀ ਰੂਈ ਕਹਿੰਦੇ ਉਹਨੂੰ। ਕਹਿੰਦੇ ਜਾਂ ਫਿਰ ਸੇਮਲ ਦੇ ਵਰਕਸ਼ ਵਰਗਾ ਤੁਹਾਡਾ ਅਗਰ ਵਿਅਕਤੀਤਵ ਹੈ, ਕਹਿੰਦੇ ਉਹ ਇੰਨਾ ਉੱਚਾ ਹੁੰਦਾ ਹੈ ਕਿ ਨਾ ਉਹਦੀ ਛਾਂ ਹੁੰਦੀ ਹੈ, ਨਾ ਉਹਦੇ ਉੱਤੇ ਕੋਈ ਚਿੜੀ ਘੋਂਸਲਾ ਬਣਾਉਂਦੀ ਹੈ, ਨਾ ਉਹਦਾ ਕੋਈ ਫੁੱਲ ਔਰ ਨਾ ਉਹਦਾ ਕੋਈ ਫਲ ਖਾਣ ਯੋਗ ਹੁੰਦਾ ਹੈ। ਔਰ ਜਦ ਸ਼ੇਖ ਸੱਜਣ ਨੇ ਇਹ ਸੁਣਿਆ ਕਿ ਇਹ ਸਭ ਤੇ ਮੇਰੀ ਜ਼ਿੰਦਗੀ ਦੇ ਉੱਤੇ ਲਾਗੂ ਹੁੰਦਾ ਹੈ, ਤੇ ਉਹ ਸਮਝ ਗਏ ਕਿ ਗੁਰੂ ਨਾਨਕ ਦੇਵ ਜੀ ਨੂੰ ਮੇਰੇ ਕਰਮਾਂ ਬਾਰੇ ਔਰ ਮੇਰੇ ਪਿਛਲੇ ਜਨਮ ਬਾਰੇ ਵੀ ਪਤਾ ਹੈ। ਔਰ ਇਸ ਅਪਰਾਧ ਭਾਵਨਾ ਦੇ ਵਿੱਚ ਆ ਕੇ ਉਸਨੇ ਉਹਨਾਂ ਦੇ ਸਾਹਮਣੇ ਮੱਥਾ ਟੇਕਿਆ ਔਰ ਕਸਮ ਖਾਧੀ ਕਿ ਅੱਜ ਤੋਂ ਬਾਅਦ ਮੈਂ ਜੋ ਹੈ ਉਹ
ਅੱਛੇ ਕਰਮ ਕਰਾਂਗਾ, ਸੱਜਣ ਪੁਰਸ਼ ਬਣਾਂਗਾ। ਤਾਂ ਗੁਰੂ ਨਾਨਕ ਦੇਵ ਜੀ ਨੇ ਹੁਕਮ ਦਿੱਤਾ ਸੀ ਕਿ ਜਨਤਾ ਦੀ ਜਿਹੜੀ ਲੁੱਟੀ ਦੌਲਤ ਹੈ ਉਹ ਉਹਨਾਂ ਨੂੰ ਵਾਪਸ ਕਰੋ ਔਰ ਤੁਸੀਂ ਸੱਜਣ ਹੋ ਜਾਓ। ਇਸ ਲਈ ਇਸ ਸਾਖੀ ਨੂੰ ਅਸੀਂ ਪੜ੍ਹਦੇ ਹਾਂ ਸੱਜਣ ਠੱਗ ਦੇ ਨਾਂ 'ਤੇ। ਬਾਅਦ 'ਚ ਉਹ ਸੰਤ ਸੱਜਣ ਬਣ ਗਿਆ। ਤੇ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਆਪਣਾ ਵਚਨ ਦੇਣ ਲਈ ਐਸੇ ਉਦਾਹਰਣ ਲੈਂਦੇ ਸੀ। ਔਰ ਉਸ ਪੁਰਸ਼ ਕੋ ਜਾ ਕੇ ਜਾਂ ਉਸ ਜਗ੍ਹਾ 'ਚ ਜਾ ਕੇ ਗੁਰੂ ਨਾਨਕ ਦੇਵ ਜੀ ਨੇ ਯਾਤਰਾ ਦੇ ਵਿੱਚ ਉਹ ਜਗ੍ਹਾ ਕਿਉਂ ਚੁਣੀਆਂ ਜਿੱਥੇ ਫੋਕਟ, ਪਾਖੰਡ ਵਰਗੇ, ਅੰਧ ਵਿਸ਼ਵਾਸੀ, ਬੇਫਾਲਤੂ, ਟਾਈਮ ਕੰਜ਼ਿਊਮਿੰਗ ਰਿਚੁਅਲ ਰਾਈਟਸ ਜਾਂ ਰਿਚੁਅਲਿਸਟਿਕ ਪ੍ਰੈਕਟਿਸਿਸ ਹੁੰਦੀਆਂ ਸੀ ਰਾਦਰ ਦੈਨ ਗੁੱਡ ਡੀਡਸ। ਇਸ ਕਰਕੇ ਉਹ ਉਸੇ ਜਗ੍ਹਾ ਜਾਂਦੇ ਸੀ, ਧਾਰਮਿਕ ਜਗ੍ਹਾ, ਜਿੱਥੇ ਬਹੁਤ ਸਾਰੇ ਧਾਰਮਿਕ ਲੋਕ ਇਕੱਠੇ ਹੁੰਦੇ ਸੀ ਤਾਂ ਕਿ ਉਹਨਾਂ ਦੇ ਨਾਲ ਗੋਸ਼ਟੀਆਂ ਹੋ ਸਕਣ, ਉਹਨਾਂ ਦੇ ਨਾਲ ਚਰਚਾ ਹੋ ਸਕਣ। ਗੁਰੂ ਨਾਨਕ ਦੇਵ ਜੀ ਨੂੰ ਦੀ ਮਹੱਤਤਾ, ਸਿੱਖ ਧਰਮ ਦੀ ਮਹੱਤਤਾ ਨੂੰ ਅਸੀਂ ਸਿਰ ਨੀਵਾਂ ਕਰਕੇ ਹਮੇਸ਼ਾ ਯਾਦ ਕਰਨਾ ਹੈ। ਕਦੀ ਵੀ ਆਪਣੇ ਅੰਦਰ ਸੁਪੀਰੀਅਰਿਟੀ, ਸ਼੍ਰੇਸ਼ਟਤਾ ਦਾ ਭਾਵ ਨਹੀਂ ਲਿਆਉਣਾ ਹੈ। ਸਾਡੇ ਲਈ ਹਰ ਧਰਮ ਬਰਾਬਰ ਦਾ ਹੈ। ਇਸੇ ਕਰਕੇ ਇਹ ਪਹਿਲਾ ਦਰ ਹੈ ਗੁਰਦੁਆਰਾ, ਗੁਰੂ ਦਾ ਦੁਆਰ। ਇਸ ਕਰਕੇ ਗੁਰਦੁਆਰੇ ਦੇ ਵਿੱਚ ਤੁਸੀਂ ਹਰ ਧਰਮ, ਜਾਤ, ਕਲਰ, ਹਰ ਪ੍ਰਕਾਰ ਦੇ ਵਿਅਕਤੀ ਨੂੰ ਜਾਂਦਾ ਔਰ ਆਉਂਦਾ ਦੇਖਾਂਗੇ। ਰੱਬ ਭਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।